ਇੱਕ ਬੈਠ ਕੇ ਘਰ ਬੈਠ ਕੇ ਟਵੀਟ ਕਰੀ ਜਾਣਾ, ਘਰ ਬੈਠ ਕੇ ਸਟੇਟਮੈਂਟ ਦੇਣੀ, ਇਹ ਕੋਈ ਇੱਕ ਲੀਡਰ ਦਾ ਜਿਹੜੀ ਮੈਂ ਦੱਸ ਰਿਹਾ ਪਰਸਨੈਲਿਟੀ ਨਹੀਂ ਹੈ। ਮਨੀਸ਼ ਤਿਵਾੜੀ ਨੂੰ ਮੈਨੂੰ ਦੇਖੇ ਨੂੰ ਮੇਰੇ ਖਿਆਲ 2 ਸਾਲ ਹੋ ਗਏ। ਫਿਰ ਉਹਦੀ ਟਵੀਟ ਨੂੰ ਕੀ ਦੇਖੀ ਜਾਈਏ ਅਸੀਂ ਬੈਠ ਕੇ? ਘਰ ਬੈਠ ਕੇ ਟਵੀਟ ਕਰਨੀ ਹੈ ਕੋਈ ਅੱਛੀ ਗੱਲ ਨਹੀਂ ਹੈ। ਤੁਸੀਂ ਲੋਕਾਂ 'ਚ ਆਓ, ਲੋਕਾਂ ਨੂੰ ਦੱਸੋ ਕਿਉਂ ਨਹੀਂ ਤੁਹਾਨੂੰ ਲੋਕ ਪਸੰਦ ਕਰਦੇ। ਜੇ ਨਵਜੋਤ ਸਿੱਧੂ ਕਹਿ ਵੀ ਰਿਹਾ ਹੈ ਕਿ ਮੈਨੂੰ ਸੀਐਮ ਬਣਾਓ, ਮੈਨੂੰ ਸੀਐਮ ਬਣਾਓ, ਕਿਸੇ ਨੇ ਇਸ ਤਰ੍ਹਾਂ ਨਹੀਂ ਸੀਐਮ ਬਣਾਉਣਾ। ਮਾਫੀਆ ਰਾਜ ਹਜੇ ਵੀ ਚੱਲ ਰਿਹਾ ਹੈ। ਕਿਉਂ ਖਿਚੜੀ ਨਹੀਂ ਹੋ ਸਕਦੀ ਸੀ ਮਾਫੀਆ ਨਾਲ? ਇੱਕ ਤਰ੍ਹਾਂ ਤੋਂ ਜਿਹੜੀ ਚੰਨੀ ਸਾਹਿਬ ਦਾ ਕੰਮ ਹੈ ਉਹਨਾਂ ਤੇ ਵੀ ਸਵਾਲ ਖੜਾ ਹੁੰਦਾ ਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ। ਗੱਲ ਉਹੀ ਕਹੀ ਜਾਓ ਜੀ ਮਾਫੀਆ ਰਾਜ ਬਹੁਤ ਹੈ। ਮਾਫੀਆ ਰਾਜ ਦਿਖੇ ਤਾਂ ਸਹੀ ਨਾ ਕਿਤੇ। ਉਹਦਾ ਕਿਤਨਾ ਕਿ ਦਲਿਤ ਭਾਈਚਾਰਾ ਵੀ ਸੋਚੇ ਸਾਨੂੰ ਠੱਗੀ ਤਾਂ ਨਹੀਂ ਬਾਜੂ, ਕੱਲ੍ਹ ਨੂੰ ਸਾਡੇ ਵੋਟਾਂ ਪਵਾ ਲਈਆਂ ਤੇ ਉਹਨਾਂ ਨੂੰ ਸੀਐਮ ਨਾਲ ਆਇਆ। ਕੋਈ ਧੋਖਾ ਨਹੀਂ ਹੋ ਰਿਹਾ। ਚਰਨਜੀਤ ਸਿੰਘ ਚੰਨੀ ਪੈਨ ਪੰਜਾਬ ਦੇ ਲੀਡਰ ਬਣ ਚੁੱਕੇ, 11 ਦਿਨਾਂ ਵਿੱਚ ਕੰਮ ਕੀਤੇ। ਉਹ ਕਿਸੇ ਵੀ ਚੀਫ ਮਿਨਿਸਟਰ ਨਾਲ ਪੁਰਾਣੇ ਨਾਲ ਕੰਪੇਅਰ ਕਰ ਲਓ, ਕਿਤੇ ਵੀ ਕੋਈ ਵੀ ਚੀਫ ਮਿਨਿਸਟਰ ਇਹਨਾਂ ਦੇ ਨੇੜੇ ਨਹੀਂ ਹੈ। ਇਸ ਕਰਕੇ ਡੈਫੀਨੇਟਲੀ ਹੀ ਵਿਲ ਕੰਟੀਨਿਊ ਐਜ਼ ਅ ਲੀਡਰ। ਜੋ ਉੱਥੇ ਦਾ ਕੰਮ ਹੈ, ਕੰਮ ਕਰਕੇ ਹੀ ਮੈਨੂੰ ਹਾਈ ਕਮਾਂਡ ਕੰਸੀਡਰ ਕਰ ਰਹੀ ਹੈ ਮੇਰੀ ਟਿਕਟ ਬਾਰੇ। ਜੋ ਹੁਣ ਤੱਕ ਮੈਂ ਉੱਥੇ ਲੋਕਾਂ 'ਚ ਵਿਚਰਿਆ, ਲੋਕਾਂ 'ਚ ਕੰਮ ਕੀਤੇ ਆ, ਉਸੇ ਕਰਕੇ ਲੋਕ ਮੇਰੇ ਨਾਲ ਤੁਰੇ ਹੋਏ ਆ। ਨਹੀਂ ਤਾਂ ਇੱਕ ਸਿਟਿੰਗ ਐਮਐਲਏ ਦੇ ਅਗੇਂਸਟ ਇੰਨੇ ਲੋਕ ਨਹੀਂ ਹੁੰਦੇ ਜਿੱਥੇ ਉੱਥੇ ਆਮ ਲੋਕਾਂ ਦਾ ਰਿਵੋਲਟ ਇਹਦੇ ਅਗੇਂਸਟ ਹੋਇਆ। ਕਿਹਾ ਜਾ ਰਿਹਾ ਵੀ ਸਹਿਮਤੀ ਜੀ ਬਣ ਗਈ ਹੈ, ਪਾਰਟੀ 'ਚ ਵੀ 2 ਟਿਕਟਾਂ ਦਿੱਤੀਆਂ ਜਾ ਸਕਦੀਆਂ ਘਰ। ਇਹ ਗੱਲ ਪੱਕੀ ਬਣ ਰਹੀ ਹੈ ਕਿਉਂਕਿ ਵਿਨੇਬਿਲਿਟੀ ਇਜ਼ ਦੀ ਓਨਲੀ ਕ੍ਰਾਈਟੇਰੀਆ। ਆਪਾਂ ਸੀਟ ਕੱਢਣੀ ਹੈ, ਫੈਮਿਲੀ ਦਾ ਕੋਈ ਇਸ਼ੂ ਨਹੀਂ ਆਏਗਾ, ਆਪਾਂ ਨੂੰ ਟਿਕਟ ਮਿਲੇਗੀ ਜੀ। ਕੇਜਰੀਵਾਲ ਖਰੜ 'ਚ ਆ ਕੇ ਗਏ ਜਿੱਥੇ ਤੁਹਾਡਾ ਘਰ ਹੈ, ਤੁਸੀਂ ਇੱਕ ਤਰ੍ਹਾਂ ਤੁਹਾਡਾ ਏਰੀਆ ਹੀ ਹੈ, ਪੂਰਾ ਹਲਕਾ ਹੈ ਚੰਨੀ ਪਰਿਵਾਰ ਦਾ, ਸਾਰਿਆਂ ਦਾ, ਮੁੱਖ ਮੰਤਰੀ ਦਾ। ਤਾਂ ਤੁਸੀਂ ਕਿਵੇਂ ਦੇਖਦੇ? ਡੋਰ ਟੂ ਡੋਰ ਕੈਂਪੇਨਿੰਗ ਕਰਕੇ ਇੱਕ ਤਰ੍ਹਾਂ ਦਾ ਉਹਨਾਂ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਖਰੜ ਦੇ ਲੋਕ ਤਾਂ ਸਾਡੇ ਨਾਲ ਨੇ ਜਿੱਥੇ ਮੁੱਖ ਮੰਤਰੀ ਰਹਿੰਦਾ। ਹੁਣ ਤਾਂ ਇਹਨਾਂ ਦੀ ਪਾਰਟੀ ਆਪਣੀ ਟੁੱਟੀ ਪਈ ਹੈ। ਕੋਈ ਕਹਿੰਦਾ ਮੈਨੂੰ ਡਿਕਲੇਅਰ ਕਰੋ ਲੀਡਰ, ਕੋਈ ਕਹਿੰਦਾ ਨਹੀਂ ਕਰਨਾ, ਕੋਈ ਕਹਿੰਦਾ ਕੇਜਰੀਵਾਲ ਨੂੰ ਹੀ ਕਰੋ। ਕੇਜਰੀਵਾਲ ਚਾਹੁੰਦਾ ਮੈਂ ਹੀ ਮੁੱਖ ਮੰਤਰੀ ਬਣ ਜਾ ਪੰਜਾਬ। ਮੈਨੂੰ ਮੁੱਖ ਮੰਤਰੀ ਬਣਾ ਦਿਓ, ਕਿਉਂਕਿ ਇੱਕ ਮੌਕਾ ਜੀ ਮੁੱਖ ਮੰਤਰੀ ਦੇ ਦਿਓ ਕਿ ਸਾਡੇ ਕੋਲ ਪੰਜਾਬ ਦੇ ਲੋਕ ਹੈ ਨਹੀਂ, ਪੰਜਾਬ ਦੇ ਲੀਡਰ ਹੈ ਨਹੀਂ। ਸ਼ਾਰੇ ਵੀ 2 ਥਾਵਾਂ ਤੋਂ ਚੋਣ ਲੜਨਗੇ। ਤੁਸੀਂ ਤਾਂ ਭਰਾਓ ਨਾਲ ਸਾਰੀ ਸੀਟਾਂ ਜਾਂ ਮੀਟਿੰਗਾਂ 'ਚ ਹੁੰਦੇ ਹੋ, ਤੁਹਾਨੂੰ ਕੀ ਲੱਗਦਾ 2 ਪਾਸੇ ਚੋਣ ਲੜ ਰਿਹਾ, ਕਿਹੜੀ ਥਾਵਾਂ ਤੋਂ ਲੜਨਗੇ? ਇੱਥੇ ਦੀ ਲੋਕਲ ਲੀਡਰਸ਼ਿਪ ਉਹ ਉਹਨਾਂ ਨੂੰ ਕਹਿ ਰਹੀ ਹੈ, ਉਸ ਤਰ੍ਹਾਂ ਉਹਨਾਂ ਨੂੰ ਸ਼ਾਇਦ ਕਰਨਾ ਪਏਗਾ। ਉਹਨਾਂ ਦਾ ਡਿਸੀਜਨ ਹੈ, ਹਾਲਾਂਕਿ ਚੰਨੀ ਸਾਹਿਬ ਦਾ ਆਪਣਾ ਡਿਸੀਜਨ ਨਹੀਂ ਹੈਗਾ। ਉਹ ਵੀ ਸੰਯੁਕਤ ਸਮਾਜ ਮੋਰਚੇ ਵੱਲੋਂ 60 ਵੱਜ ਸਕਦੀ ਆ ਆਉਣ ਵਾਲੀਆਂ ਚੋਣਾਂ 'ਚ। ਤੁਹਾਨੂੰ ਲੱਗਦਾ ਕਿੰਨਾ ਕੁ ਇੰਪੈਕਟ ਹੋਊਗਾ ਉਹਨਾਂ ਤੁਹਾਡੇ 'ਤੇ? ਕਾਂਗਰਸ ਦਾ ਉਹਦੇ 'ਚ ਕੋਈ ਨੁਕਸਾਨ ਨਹੀਂ ਹੋਣਾ ਰਾਦਰ, ਕਿਉਂਕਿ ਚੰਨੀ ਜੀ ਆਪ ਖੁਦ ਕਿਸਾਨ ਲੀਡਰਾਂ ਨਾਲ ਬਹੁਤ ਬੈਠਕਾਂ ਕਰ ਚੁੱਕੇ ਹਨ, ਮੀਟਿੰਗਾਂ ਕਰ ਚੁੱਕੇ ਹਨ। ਪੰਜਾਬ ਦੀਆਂ ਚੋਣਾਂ 'ਚ ਕੁਝ ਹੀ ਦਿਨ ਰਹਿ ਗਏ ਨੇ, ਕੁਝ ਹੀ ਦਿਨਾਂ 'ਚ ਵੋਟਾਂ ਪੈ ਜਾਣੀਆਂ ਨੇ, ਪਰ ਹਜੇ ਵੀ ਜਿਹੜੀ ਕਾਂਗਰਸ ਪਾਰਟੀ ਆ ਉਹਦਾ ਅੰਦਰੂਨੀ ਗ੍ਰਹਿ ਕਲੇਸ਼ ਜਿਹੜਾ ਹੈ ਉਹ ਖਤਮ ਨਹੀਂ ਹੋਇਆਗਾ। ਲਗਾਤਾਰ ਅੰਦਰੂਨੀ ਗ੍ਰਹਿ ਕਲੇਸ਼ ਵੱਧਦਾ ਜਾ ਰਿਹਾ। ਜਿਹੜੇ ਵੱਡੇ ਵੱਡੇ ਲੀਡਰ ਨੇ ਇੱਕ ਦੂਸਰੇ ਦੇ ਉੱਤੇ ਸਿਆਸੀ ਟਿੱਪਣੀਆਂ ਕਰ ਰਹੇ ਆ, ਸਿਆਸੀ ਹਮਲੇ ਕਰ ਰਹੇ ਆ। ਸਾਡੇ ਨਾਲ ਨੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਵੀ ਪਾਰਟੀ ਦੇ ਅੰਦਰ ਕੀ ਮਾਹੌਲ ਹੈ ਤੇ ਇਸ ਸਾਰੀ ਚੀਜ਼ ਨੂੰ ਕਿਵੇਂ ਟੈਕਲ ਕੀਤਾ ਜਾਊਗਾ ਜਦੋਂ ਕਿ ਵੋਟਾਂ 'ਚ ਕੁਝ ਹੀ ਦਿਨ ਰਹਿ ਗਏ ਆ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਪ੍ਰੋ ਪੰਜਾਬ ਟੀਵੀ ਤੇ। ਲਗਾਤਾਰ ਟਵੀਟਸ ਆਉਂਦੇ ਨੇ, ਕਲੇਸ਼ ਵੱਧਦਾ ਜਾ ਰਿਹਾ ਹੈ, ਕਿਵੇਂ ਦੇਖਦੇ ਹੋ? ਮਨੀਸ਼ ਤਿਵਾੜੀ ਦੀ ਪਿੱਛੇ ਜਿਹੀ ਸਟੇਟਮੈਂਟ ਆਈ ਹੈ, ਉਹਨਾਂ ਨੇ ਕਿਹਾ ਵੀ ਪੰਜਾਬ ਨੂੰ ਕੋਈ ਸੀਰੀਅਸ ਮੁੱਖ ਮੰਤਰੀ ਚਾਹੀਦਾ, ਗੰਭੀਰ ਚਾਹੀਦਾ, ਸਾਨੂੰ ਉਹ ਮੁੱਖ ਮੰਤਰੀ ਨਹੀਂ ਚਾਹੀਦਾ ਜਿਹੜਾ ਕਿ ਸੋਸ਼ਲ ਇੰਜੀਨੀਅਰ ਟਾਈਪ ਹੋਵੇ, ਐਂਟਰਟੇਨਮੈਂਟ ਕਰਦਾ ਹੋਵੇ ਜਾਂ ਹਾਈ ਕਮਾਂਡ ਦਾ ਫੇਵਰੇਟ ਹੋਵੇ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਕੋਈ ਲੀਡਰ ਕਿਸੇ ਬਾਰੇ ਕੀ ਬੋਲਦਾ ਹੈ ਉਹ ਤਾਂ ਆਪਣੀ ਉਹਦੀ ਮਰਜ਼ੀ ਹੈ, ਜੋ ਮਰਜ਼ੀ ਬੋਲੇ, ਉਹਦੇ ਪਰਸਨਲ ਵਿਊਜ਼ ਹੋ ਸਕਦੇ ਹੈ। ਲੇਕਿਨ ਪਾਰਟੀ 'ਚ ਰਹਿ ਕੇ ਇਹ ਜਿਹੇ ਵਿਊਜ਼ ਦੇਣੇ ਕੋਈ ਅੱਛੀ ਗੱਲ ਨਹੀਂ ਹੁੰਦੀ। ਦੂਜਾ, ਸੀਐਮ ਕਿਹੋ ਜਿਹਾ ਹੋਣਾ ਚਾਹੀਦਾ? ਸੀਐਮ ਜਿਹੜੇ ਅੱਜ ਤੱਕ ਦੇ ਹੋਏ ਆ ਉਹ ਕਿਸੇ ਇੱਕ ਕਿਸਮ ਦੇ ਹੋਏ ਆ। ਫੋਰ ਐਗਜ਼ਾਮਪਲ ਤੁਸੀਂ ਆਪਣਾ ਹੁਣ ਪਹਿਲਾਂ ਸੀਐਮ ਲੈ ਲਓ, ਕੈਪਟਨ ਅਮਰਿੰਦਰ ਸਿੰਘ ਜੀ। ਉਹ ਕਿਹੋ ਜਿਹਾ ਸੀਐਮ ਸੀ ਕਿ ਆਪਣਾ ਘਰ ਬੈਠੋ, ਗਵਰਨਮੈਂਟ ਜਿਹੜੀ ਹੈ ਜਿਵੇਂ ਮਰਜ਼ੀ ਚੱਲੀ ਜਾਵੇ, ਲੋਕਾਂ ਦਾ ਜੋ ਹੁੰਦਾ ਹੋਈ ਜਾਵੇ, ਲੇਕਿਨ ਉਹ ਘਰ ਬਹਿੰਦੇ ਸੀ ਆਪਣੇ। ਲੇਕਿਨ ਮਲਟੀ ਫੈਸੇਟਡ ਇੱਕ ਪਰਸਨੈਲਿਟੀ ਹੋਣਾ ਇੱਕ ਸੀਐਮ ਦਾ, ਮੈਂ ਸਮਝਦਾ, ਮੇਰਾ ਪਰਸਨਲ ਵਿਊ ਹੈ ਕਿ ਬਹੁਤ ਜ਼ਰੂਰੀ ਹੈ। ਉਹ ਸੀਐਮ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਦਫ਼ਤਰ 'ਚ ਬੈਠਾ ਰਹੇ। ਉਹ ਸੀਐਮ ਟਾਈਪ ਦਾ ਉਹਨਾਂ ਕੋਲ ਐਕਸਪੀਰੀਅੰਸ ਹੈ। ਹਰ ਟਾਈਪ ਦਾ ਐਕਸਪੀਰੀਅੰਸ ਸਾਨੂੰ ਆਪਣੇ ਪੰਜਾਬ ਲਈ, ਪੰਜਾਬ ਦੀ ਪ੍ਰੋਗਰੈਸ ਲਈ ਜਾਂ ਆਪਣੇ ਦੇਸ਼ ਲਈ ਯੂਜ਼ ਕਰਨਾ ਚਾਹੀਦਾ। ਜੇ ਉਹ ਐਕਸਪੀਰੀਅੰਸ ਹਰ ਟਾਈਪ ਦਾ ਯੂਜ਼ ਨਹੀਂ ਕਰਾਂਗੇ ਤਾਂ ਫਿਰ ਜਿਹੜਾ ਤੁਸੀਂ ਇੱਕ ਆਪਣੀ ਪਰਸਨੈਲਿਟੀ ਹੁਣ ਤੱਕ ਅੱਜ ਤੱਕ ਡਿਵੈਲਪ ਕਰੀ ਹੈ, ਉਸ ਪਰਸਨੈਲਿਟੀ ਦੀ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਨੂੰ ਤੁਸੀਂ ਯੂਜ਼ ਨਹੀਂ ਕਰੋਗੇ, ਉਹਦਾ ਫਾਇਦਾ ਕੀ ਹੈ? ਜੇ ਕਿਸੇ ਲੋਕਾਂ 'ਚ ਜਾ ਕੇ ਹਾਸੀ ਮਖੌਲ ਵੀ ਕਰਿਆ ਜਾਂ ਭੰਗੜਾ ਵੀ ਪਾਇਆ, ਉਹ ਵੀ ਇੱਕ ਜ਼ਰੂਰੀ ਹੈ ਯੂਥ ਵਾਸਤੇ। ਜੇ ਕਿਤੇ ਯੂਥ ਮੇਲੇ ਤੇ ਜਾ ਕੇ ਭੰਗੜਾ ਪਾਇਆ, ਉਹ ਵੀ ਇੱਕ ਜ਼ਰੂਰੀ ਹੈ। ਉਹ ਵੀ ਇੱਕ ਮਤਲਬ ਹਰ ਟਾਈਪ ਦੀ ਮੈਂ ਸਮਝਦਾ
ਇੱਕ ਪਰਸਨੈਲਿਟੀ ਦੇ ਜਿਹੜੇ ਹਰ ਗੁਣ ਹੋਣੇ ਚਾਹੀਦੇ ਆ, ਉਹ ਤਾਂ ਹੀ ਹਰ ਗੁਣ ਹੋਏਗਾ, ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਨੂੰ ਕੀ ਕਰਨਾ ਚਾਹੀਦਾ। ਤੇ ਇਹ ਬਹੁਤ ਵਧੀਆ ਹੈ ਜੋ ਵੀ ਕੰਮ ਕਰ ਰਹੇ ਨੇ। ਪਰ ਤਿਵਾੜੀ ਸਾਹਿਬ ਦਾ ਇਹ ਕਹਿਣਾ ਵੀ ਗੰਭੀਰ ਸੀਐਮ ਚਾਹੀਦਾ, ਉਹ ਇਹ ਕਹਿ ਰਹੇ ਇੱਕ ਤਰ੍ਹਾਂ ਤੋਂ ਮੁੱਖ ਮੰਤਰੀ ਚੰਨੀ ਜੀ ਤੇ ਹੀ ਨਿਸ਼ਾਨਾ ਸਾਧ ਰਹੇ ਵੀ ਗੰਭੀਰ ਨਹੀਂ ਹੈਗੇ। ਯਾਦ ਕਰੋ ਨਵਜੋਤ ਸਿੰਘ ਸਿੱਧੂ ਜੋ ਦਾਅਵੇਦਾਰੀ ਕਰਦੇ ਆ ਸੀਐਮ ਬਣਨ ਦੀ, ਉਹ ਵੀ ਗੰਭੀਰ ਨਹੀਂ ਹੈਗੇ। ਮੈਂ ਦੱਸਦਾ ਤਿਵਾੜੀ ਸਾਹਿਬ, ਮੈਂ ਵੈਸੇ ਉਹਨਾਂ ਨੂੰ ਬੜਾ ਅੱਛੀ ਤਰ੍ਹਾਂ ਜਾਣਦਾ, ਮਿਲਿਆ, ਸਾਡੇ ਐਮਪੀ ਵੀ ਇੱਥੇ ਦੇ। ਉਹ ਗੰਭੀਰ ਰੂਪ ਉਹਨਾਂ 'ਚ ਜਿਹੜਾ ਹੈਗਾ, ਉਹ ਆਪਣਾ ਘਰ ਬੈਠੇ ਆ, ਉੱਥੋਂ ਇੱਕ ਬੈਠ ਕੇ ਟਵੀਟ ਕਰ ਲੈਣੀ। ਮੈਂ ਤੁਹਾਨੂੰ ਦੱਸਿਆ ਨਾ, ਇੱਕ ਬੈਠ ਕੇ ਘਰ ਬੈਠ ਕੇ ਟਵੀਟ ਕਰੀ ਜਾਣਾ, ਘਰ ਬੈਠ ਕੇ ਸਟੇਟਮੈਂਟ ਦੇਣੀ, ਇਹ ਕੋਈ ਇੱਕ ਲੀਡਰ ਦਾ ਜਿਹੜੀ ਮੈਂ ਦੱਸ ਰਿਹਾ ਪਰਸਨੈਲਿਟੀ ਨਹੀਂ ਹੈ। ਲੀਡਰ ਨੂੰ ਹਰ ਕੰਮ ਕਰਨਾ ਚਾਹੀਦਾ। ਮੈਂ ਐਮਪੀ, ਸਾਡਾ ਐਮਪੀ ਹੈ, ਮੈਂਬਰ ਆਫ ਪਾਰਲੀਮੈਂਟ ਹੈ ਤਿਵਾੜੀ ਸਾਹਿਬ। ਮਨੀਸ਼ ਤਿਵਾੜੀ ਨੂੰ ਮੈਨੂੰ ਦੇਖੇ ਨੂੰ ਮੇਰੇ ਖਿਆਲ 2 ਸਾਲ ਹੋ ਗਏ। ਫਿਰ ਉਹਦੀ ਟਵੀਟ ਨੂੰ ਕੀ ਦੇਖੀ ਜਾਈਏ ਅਸੀਂ ਬੈਠ ਕੇ? ਘਰ ਬੈਠ ਕੇ ਟਵੀਟ ਕਰਨੀ ਹੈ ਕੋਈ ਅੱਛੀ ਗੱਲ ਨਹੀਂ ਹੈ। ਤੁਸੀਂ ਲੋਕਾਂ 'ਚ ਆਓ, ਲੋਕਾਂ ਨੂੰ ਦੱਸੋ ਕਿਉਂ ਨਹੀਂ ਤੁਹਾਨੂੰ ਲੋਕ ਪਸੰਦ ਕਰਦੇ। ਉਹਨਾਂ ਨੂੰ ਘੁੰਮ ਕੇ ਦੇਖੋ, ਤੁਹਾਨੂੰ ਵੀ ਲੋਕ ਪਸੰਦ ਕਰਦੇ ਆ ਕਿ ਨਹੀਂ, ਤੁਸੀਂ ਉਹ ਪਰਸਨੈਲਿਟੀ ਬਣ ਸਕਦੇ ਹੋ ਕਿ ਨਹੀਂ। ਇੱਕ ਉਹ ਟਵੀਟ ਵਾਲੀ ਪਰਸਨੈਲਿਟੀ ਇਸ ਟਾਈਮ ਕਦੇ ਕਿਸੇ ਨੇ ਮਨੀਸ਼ ਤਿਵਾੜੀ ਨੂੰ ਫੀਲਡ 'ਚ ਜਾਂ ਆਪਣੀ ਪਬਲਿਕ ਲਾਈਫ 'ਚ ਦੇਖਿਆ, ਜਾਂ ਉਹ ਤੁਸੀਂ ਸੈਂਟਰਲ ਹਾਈ ਕਮਾਂਡ ਦੇ ਕਿਸੇ ਮੀਟਿੰਗ 'ਚ ਦੇਖਿਆ ਉਹਨਾਂ ਨੂੰ? ਇਸ ਕਰਕੇ ਮੈਂ ਨਹੀਂ ਸਮਝਦਾ ਕੋਈ ਇਸ ਤਰ੍ਹਾਂ ਦੀ ਕੋਈ ਟਵੀਟ ਕਰੇਗਾ ਜਾਂ ਕੋਈ ਬੋਲੇਗਾ ਉਹਦੇ ਤੇ ਕੋਈ ਪਾਰਟੀ ਤੇ ਜਾਂ ਸੀਐਮ ਸਾਹਿਬ ਤੇ ਕੋਈ ਅਸਰ ਪਏਗਾ। ਡਾਕਟਰ ਸਾਹਿਬ, ਪਿਛਲੇ ਦਿਨ ਹੀ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਆਪਣਾ ਪੰਜਾਬ ਮਾਡਲ ਦੱਸਿਆ। ਉਹ 'ਚ ਇੰਟਰਸਟਿੰਗ ਚੀਜ਼ਾਂ ਇਹ ਰਹੀਆਂ, ਜਿੱਤੇਗਾ ਪੰਜਾਬ ਨਾਲ ਆਪਣਾ ਪੰਜਾਬ ਮਾਡਲ ਦੱਸਿਆ ਗਿਆ ਹੈਗਾ। ਕੋਈ ਪਾਰਟੀ ਜਾਂ ਸਰਕਾਰ ਬਾਰੇ ਬਹੁਤੀ ਗੱਲ ਨਹੀਂ ਕੀਤੀ, ਆਪਣਾ ਏਜੰਡਾ ਮੂਹਰੇ ਰੱਖਿਆ ਹੈਗਾ। ਤੇ ਨਾਲ ਦੇ ਨਾਲ ਇਹ ਵੀ ਕਿਹਾ ਵੀ ਜਿਹੜਾ ਮੁੱਖ ਮੰਤਰੀ ਆ ਉਹ ਹਾਈ ਕਮਾਂਡ ਨਹੀਂ ਡਿਸਾਈਡ ਕਰੂਗੀ। ਤੁਸੀਂ ਇਸ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਤੁਸੀਂ ਕਿਸੇ ਆਰਗੇਨਾਈਜੇਸ਼ਨ ਵਿੱਚੋਂ, ਜਦੋਂ ਤੁਸੀਂ ਕਿਸੇ ਪੋਲੀਟੀਕਲ ਪਾਰਟੀਜ਼ ਵਿੱਚੋਂ, ਤਾਂ ਤੁਹਾਨੂੰ ਉਸ ਪਾਰਟੀ ਦਾ ਏਜੰਡਾ, ਉਸ ਪਾਰਟੀ ਦੀ ਸਾਰੀ ਜਿਹੜੀ ਸੋਚ ਹੈ ਅਪਣਾਉਣੀ ਪਏਗੀ। ਨਵਜੋਤ ਸਿੰਘ ਸਿੱਧੂ ਜੀ ਪ੍ਰੈਜ਼ੀਡੈਂਟ ਹੈ ਪੀਪੀਸੀਸੀ ਦੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਉਹਨਾਂ ਨੂੰ ਪੰਜਾਬ ਕਾਂਗਰਸ ਦੀ ਸੋਚ ਬਣਾਉਣੀ ਪਏਗੀ। ਉਹਨਾਂ ਨੂੰ ਪੰਜਾਬ ਦੀ ਜਿਹੜੀ ਕਾਂਗਰਸ ਹੈ ਔਰ ਹਾਈ ਕਮਾਂਡ ਹੈ, ਆਲ ਇੰਡੀਆ ਕਾਂਗਰਸ ਹੈ, ਉਹਦੇ ਅਕੋਰਡਿੰਗਲੀ ਚੱਲਣਾ ਪਏਗਾ। ਜਦੋਂ ਤੁਸੀਂ ਕਿਤੇ ਡਾਇਵਰਟ ਹੁੰਦੇ ਹੋ ਆਪਣੀ ਫੀਲਡ ਤੋਂ ਜਾਂ ਆਪਣੀ ਆਰਗੇਨਾਈਜੇਸ਼ਨ ਤੋਂ, ਉਹ ਕੋਈ ਅੱਛੀ ਗੱਲ ਨਹੀਂ ਹੁੰਦੀ। ਜਿਹੜਾ ਵੀ, ਜਦੋਂ ਵੀ ਅੱਜ ਤੱਕ ਤੁਸੀਂ ਦੇਖਿਆ ਹੋਣਾ ਮੁੱਖ ਮੰਤਰੀ ਚੁਣੇ ਜਾਂਦੇ ਆ, ਪਹਿਲਾਂ ਐਮਐਲਏਜ਼ ਨੂੰ ਕੌਣ ਡਿਸਾਈਡ ਕਰਦਾ, ਟਿਕਟ ਕੌਣ ਡਿਸਾਈਡ ਕਰਦਾ? ਉਹ ਪਾਰਟੀ ਡਿਸਾਈਡ ਕਰਦੀ ਹੈ, ਚਾਹੇ ਉਹ ਵਰਕਿੰਗ ਦੇਖ ਕੇ, ਚਾਹੇ ਉਹਨਾਂ ਦਾ ਜਿਵੇਂ ਮਰਜ਼ੀ। ਫਿਰ ਐਮਐਲਏਜ਼ ਜਿੱਤ ਕੇ ਸੀਐਮ ਚੁਣਦੇ ਆ। ਜਿਹੜੇ ਬੰਦੇ ਨੂੰ ਸੀਐਮ ਕਹਿਣਗੇ ਐਮਐਲਏਜ਼, ਉਹੀ ਹਾਈ ਕਮਾਂਡ ਉਹਦੇ ਤੇ ਮੋਹਰ ਲਾਉਂਦੀ ਹੈ। ਇਸ ਕਰਕੇ ਇਹ ਆਟੋਮੈਟਿਕਲ ਜਿਹੜਾ ਪ੍ਰੋਸੀਜਰ ਬਣਿਆ ਹੋਇਆ, ਉਸ ਦੇ ਅਕੋਰਡਿੰਗਲੀ ਚੱਲੇਗਾ। ਜੇ ਮੈਂ ਕਹਾਂ ਕਿ ਮੈਂ ਸੀਐਮ ਬਣਨਾ ਜਾਂ ਨਵਜੋਤ ਸਿੱਧੂ ਸੀਐਮ ਬਣਨੇ ਚਾਹੀਦੇ, ਚੰਨੀ ਸਾਹਿਬ ਸੀਐਮ ਬਣਨੇ ਚਾਹੀਦੇ, ਇਹ ਨਹੀਂ ਗੱਲ ਹੋਣੀ। ਹਾਂ, ਪੋਲੀਟੀਕਲ ਜਿਹੜਾ ਸਿਨੈਰੀਓ ਹੈ ਉਹਦੇ ਵਿੱਚ ਪਾਰਟੀਜ਼ ਕਈ ਆਪਣੇ ਪੋਲੀਟੀਕਲ ਸੀਐਮ ਦਾ ਫੇਸ ਡਿਕਲੇਅਰ ਕਰਦੇ ਆ। ਉਹ ਵੀ ਹਾਈ ਕਮਾਂਡ ਦੀ ਮਰਜ਼ੀ ਹੈ ਨਾ, ਪਾਰਟੀ ਦੀ ਮਰਜ਼ੀ। ਜਿਸ ਆਰਗੇਨਾਈਜੇਸ਼ਨ 'ਚ ਤੁਸੀਂ ਹੈਗੇ ਹੋ, ਜਿਸ ਪਾਰਟੀ 'ਚ ਤੁਸੀਂ ਹੈਗੇ ਹੋ, ਉਹਨੇ ਡਿਸਾਈਡ ਕਰਨਾ। ਯੂ ਸ਼ੁੱਡ ਆਲਸੋ ਗੋ ਵਿਦ ਦੈਮ। ਉਹਨਾਂ ਦਾ ਜੋ ਵੀ, ਚਾਹੇ ਆਦੇਸ਼ ਕਹਿ ਲਓ ਜਾਂ ਆਰਡਰਸ ਕਹਿ ਲਓ ਜਾਂ ਉਹਨਾਂ ਦੀ ਜਿਹੜੀ ਲਾਈਨ ਆਫ ਐਕਸ਼ਨ ਹੈ, ਉਹਦੇ ਅਕੋਰਡਿੰਗਲੀ ਸਾਨੂੰ ਚੱਲਣਾ ਚਾਹੀਦਾ। ਪਰ ਫਿਰ ਇਹ ਗੱਲ ਜਦੋਂ ਪ੍ਰਧਾਨ ਨੇ, ਉਹਨਾਂ ਨੂੰ ਇਹ ਗੱਲ ਪਤਾ ਨਹੀਂ ਹੈਗੀ, ਪਰ ਐਡੀ ਵੱਡੀ ਗੱਲ ਕਹਿ ਦੇਣੀ ਵੀ ਹਾਈ ਕਮਾਂਡ ਡਿਸਾਈਡ ਨਹੀਂ ਕਰੂ, ਕਿਉਂਕਿ ਹਰ ਚੀਜ਼ ਤਾਂ ਹਾਈ ਕਮਾਂਡ, ਜੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਉਹ ਵੀ ਹਾਈ ਕਮਾਂਡ ਦਾ ਫੈਸਲਾ ਸੀ, ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਾਏ ਗਏ ਉਹ ਵੀ ਹਾਈ ਕਮਾਂਡ ਦਾ ਫੈਸਲਾ ਸੀ। ਫਿਰ ਇਹ ਗੱਲ ਪਬਲਿਕ ਡੋਮੇਨ 'ਚ ਆ ਕੇ ਕਹਿੰਦੇ ਸਿੱਧਾ ਹਾਈ ਕਮਾਂਡ ਨੂੰ ਚੈਲੰਜ ਕਰ ਦੇਣਾ। ਦੇਖੋ, ਮੈਂ ਪਹਿਲਾਂ ਗੱਲ ਕਹੀ ਆ ਨਾ ਕਿ ਜੇ ਤੁਸੀਂ ਆਪਣੇ ਘਰ ਵਿੱਚ ਰਹਿ ਕੇ ਆਪਣੇ ਫਾਦਰ ਨੂੰ ਚੈਲੰਜ ਕਰੋਗੇ, ਜੇ ਤੁਸੀਂ ਆਪਣੀ ਕਿਸੇ ਆਰਗੇਨਾਈਜੇਸ਼ਨ 'ਚ ਰਹਿ ਕੇ ਆਪਣੇ ਪ੍ਰਧਾਨ ਨੂੰ ਚੈਲੰਜ ਕਰੋਗੇ, ਜੇ ਕਿਸੇ ਤੁਸੀਂ, ਚਾਹੇ ਉਹ ਕੋਈ ਗਲਤ ਲਾਈਨ ਹੋਵੇ, ਜਿਵੇਂ ਫੋਰ ਐਗਜ਼ਾਮਪਲ ਗੈਂਗ ਹੁੰਦੇ ਆ, ਉੱਧਰ ਤੁਸੀਂ ਕਿਸੇ ਆਪਣੇ ਲੀਡਰ ਨੂੰ ਚੈਲੰਜ ਕਰੋਗੇ, ਇਹ ਅੱਛੀ ਗੱਲ ਨਹੀਂ ਹੈ। ਜੇ ਤੁਸੀਂ ਜਿਹੜੀ ਪਾਰਟੀ 'ਚ ਹੈਗੇ ਹੋ, ਜਿਹੜੇ ਆਰਗੇਨਾਈਜੇਸ਼ਨ 'ਚ ਹੈਗੇ ਹੋ, ਉਹਨੂੰ, ਉਹਦੀ ਲਾਈਨ ਆਫ ਐਕਸ਼ਨ ਤੁਹਾਨੂੰ ਅਡਾਪਟ ਕਰਨੀ ਚਾਹੀਦੀ ਹੈ। ਉਹਨਾਂ ਨੂੰ ਚੈਲੰਜ ਨਹੀਂ ਕਰਨਾ ਚਾਹੀਦਾ। ਮੈਨੂੰ ਲੱਗਦਾ ਜੇ ਨਵਜੋਤ ਸਿੱਧੂ ਕਹਿ ਵੀ ਰਿਹਾ ਕਿ ਮੈਨੂੰ ਸੀਐਮ ਬਣਾਓ, ਮੈਨੂੰ ਸੀਐਮ ਬਣਾਓ, ਕਿਸੇ ਨੇ ਇਸ ਤਰ੍ਹਾਂ ਨਹੀਂ ਸੀਐਮ ਬਣਾਉਣਾ। ਐਮਐਲਏ ਸਿਲੈਕਟ ਕਰਨਗੇ ਸੀਐਮ, ਹਾਈ ਕਮਾਂਡ ਉਹਨਾਂ ਦੇ ਮੋਹਰ ਲਾਏਗੀ, ਤਾਂ ਹੀ ਸੀਐਮ ਬਣੇਗਾ। ਇਸ ਤਰ੍ਹਾਂ ਨਹੀਂ ਕਿਸੇ ਦੇ ਕਹਿਣ ਤੇ, ਮੈਂ ਤੁਹਾਨੂੰ ਦੱਸ ਰਿਹਾ, ਕਿਸੇ ਦੇ ਕਹਿਣ ਤੇ ਕੁਝ ਨਹੀਂ ਹੋਣਾ। ਜਦੋਂ ਤੁਸੀਂ ਇੱਕ ਆਰਗੇਨਾਈਜੇਸ਼ਨ 'ਚ ਹੈ, ਕਿਉਂਕਿ ਆਲ ਇੰਡੀਆ ਕਾਂਗਰਸ ਜਿਹੜੀ ਹੈ ਇੱਕ ਛੋਟੀ ਪਾਰਟੀ ਤਾਂ ਹੈ ਨਹੀਂ। ਹਰ ਇੰਡੀਆ ਦੇ ਹਰ ਜਗ੍ਹਾ, ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ, ਹਰ ਵਾਰਡ ਵਿੱਚ ਇਹਨਾਂ ਦੀਆਂ ਯੂਨਿਟ ਬਣੀਆਂ ਹੋਈਆਂ। ਈਵਨ ਓਵਰਸੀਜ਼ ਕਾਂਗਰਸ ਹੈਗੀ ਹੈ। ਜੇ ਤੁਸੀਂ ਕਿਸੇ ਨੂੰ ਚੈਲੰਜ ਕਰੋਗੇ, ਮੈਨੂੰ ਲੱਗਦਾ ਦੈਟ ਵਿਲ ਲੀਡ ਟੂ ਸਮ ਰੋਂਗ ਐਕਸ਼ਨਸ। ਡਾਕਟਰ ਸਾਹਿਬ, ਉਹਨਾਂ ਨੇ ਕਿਹਾ ਮਾਫੀਆ ਰਾਜ ਹਜੇ ਵੀ ਚੱਲ ਰਿਹਾ ਹੈ, ਕਿਉਂ ਖਿਚੜੀ ਨਹੀਂ ਹੋ ਸਕਦੀ ਤੁਸੀਂ ਮਾਫੀਆ ਨਾਲ। ਇੱਕ ਤਰ੍ਹਾਂ ਤੋਂ
ਜਿਹੜੀ ਚਰਨਜੀਤ ਸਾਹਿਬ ਦਾ ਕੰਮ ਹੈ ਉਹਨਾਂ ਤੇ ਵੀ ਸਵਾਲ ਖੜਾ ਹੁੰਦਾ ਹੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ। ਤਾਂ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਜਾਂ ਚੰਨੀ ਸਾਹਿਬ ਕਿਵੇਂ ਦੇਖਦੇ ਆ? ਮਤਲਬ ਕਿ ਤੁਹਾਡੀ ਜਿਹੜੀ ਸਰਕਾਰ ਦੇ 111 ਦਿਨਾਂ ਕਾਰਜਕਾਲ ਹੈ, ਜਾਂ ਤੁਸੀਂ ਗਿਣਾਇਆ ਹੈ ਜਾਂ ਸਰਕਾਰ ਨੇ ਗਿਣਾਇਆ, ਉਹਨੂੰ ਹੀ ਉਹਨਾਂ ਨੇ ਸਿੱਧਾ ਕਹਿ ਦਿੱਤਾ ਵੀ ਇਹਦਾ ਮਾਫੀਆ ਨਾਲ ਹਜੇ ਵੀ ਚੱਲ ਰਿਹਾ ਹੈਗਾ, ਸਭ ਕੁਝ ਮਿਲੀ ਭੁਗਤ ਹੈ। ਦੇਖੋ, ਪਬਲਿਕ ਲਾਈਫ 'ਚ ਜਿਹੜਾ ਲੀਡਰ ਨੇ ਰਹਿਣਾ ਹੁੰਦਾ ਪਬਲਿਕ ਲਾਈਫ 'ਚ, ਉਹਦੇ ਕੋਲ ਦੋ ਹੀ ਢੰਗ ਹੁੰਦੇ, ਜਾਂ ਤਾਂ ਉਹ ਆਪਣੀ ਪਾਰਟੀ ਦਾ, ਆਪਣੀ ਗਵਰਨਮੈਂਟ ਦੀ ਜੋ ਵੀ ਪੋਜ਼ਿਟਿਵ ਪੁਆਇੰਟਸ ਆ ਲੋਕਾਂ ਕੋਲ ਲੈ ਕੇ ਜਾਣ, ਲੋਕਾਂ ਨੂੰ ਦੱਸਣ ਅਸੀਂ ਇਹ ਕਰਿਆ, ਜਾਂ ਫਿਰ ਇੱਕ ਇਹ ਹੁੰਦਾ ਵੀ ਜਦੋਂ ਲੀਡਰ ਨੂੰ ਕਿਸੇ ਨੂੰ ਲੱਗਦਾ ਯਾਰ ਵੀ ਮੇਰੀ ਤਾਂ ਕੋਈ ਹੁਣ ਬਹੁਤੀ ਪੁੱਛ ਪ੍ਰਤੀਤ ਨਹੀਂ ਰਹੀ, ਫਿਰ ਉਹ ਲੀਡਰ ਜਿਹੜਾ ਆਪਣੀ ਰਾਈਵਲਰੀ ਮਾਈਂਡ ਸ਼ੁਰੂ ਕਰ ਦਿੰਦਾ। ਉਹਦੇ ਨਾਲ ਕੀ ਹੁੰਦਾ ਵੀ ਉਹ ਆਪਣੀ ਪਾਰਟੀ ਦੇ ਅਗੇਂਸਟ, ਆਪਣੇ ਲੀਡਰ ਦੇ ਅਗੇਂਸਟ ਬੋਲਦਾ ਲੀਡਰ, ਤਾਂ ਕਿ ਉਹ ਆਪਣੀ ਪਬਲਿਕ ਲਾਈਫ 'ਚ ਕਿਤੇ ਨਾ ਕਿਤੇ ਉਹਦਾ ਨਾਮ ਬਣਿਆ ਰਹੇ। ਲੇਕਿਨ ਜਿਹੜੀ ਮੈਂ ਪਹਿਲਾਂ ਗੱਲ ਕਰੀ ਹੈ ਕਿ ਆਪਣੀ ਪਾਰਟੀ 'ਚ ਰਹਿ ਕੇ ਤੁਹਾਨੂੰ ਪਾਰਟੀ ਦੇ ਨਾਲ ਹੀ ਚੱਲਣਾ ਚਾਹੀਦਾ। ਜੇ ਤੁਸੀਂ ਅਗੇਂਸਟ ਬੋਲੋਗੇ ਨੁਕਸਾਨ ਹੋਣਾ ਹੀ ਹੋਣਾ, ਅੱਜ ਨਹੀਂ ਹੋਏਗਾ ਕੱਲ੍ਹ ਹੋ ਜਾਏਗਾ, ਚਾਹੇ ਉਹ ਪਾਰਟੀ ਦੇ ਵਰਕਰਸ ਨਾਰਾਜ਼ ਹੋਣ, ਚਾਹੇ ਪਾਰਟੀ ਦੀ ਲੀਡਰਸ਼ਿਪ ਨਾਰਾਜ਼ ਹੋਵੇ। ਮੈਂ ਸਮਝਦਾ ਇਹ ਕੋਈ ਉਹ ਚੰਗੀ ਗੱਲ ਨਹੀਂ ਕਰ ਰਹੇ। ਜਿਹੜੇ ਕੰਮ ਹੋਏ ਆ ਉਹ ਸਾਹਮਣੇ ਦਿਖ ਰਹੇ ਆ। ਇੱਕ ਗੱਲ ਉਹੀ ਕਹੀ ਜਾਓ ਜੀ ਮਾਫੀਆ ਰਾਜ ਬਹੁਤ ਹੈ, ਮਾਫੀਆ ਰਾਜ ਦਿਖੇ ਤਾਂ ਸਹੀ ਨਾ ਕਿਤੇ। ਜੇ ਰੇਤੇ ਦਾ ਹੁਣ ਕਿਉਂ ਲੋਕਾਂ ਨੂੰ ਮੁਸ਼ਕਿਲ ਨਹੀਂ ਆ ਰਹੀ, ਰੇਤਾ ਸਭ ਨੂੰ ਮਿਲ ਰਿਹਾ ਨਾ, ਹੁਣ ਕਿਸੇ ਟਾਈਮ ਤਾਂ ਮਿਲਦਾ ਹੀ ਨਹੀਂ ਸੀ। ਰੇਤਾ ਵੀ ਸਿਫਾਰਿਸ਼ ਨਾਲ ਮਿਲਦਾ ਸੀ, ਹਾਲਾਂਕਿ ਇਹ ਕੁਦਰਤੀ ਦੇਣ ਹੈ ਕਿ ਆਪਾਂ ਦਰਿਆ 'ਚੋਂ ਹੀ ਦੇਣਾ ਨਾ ਰੇਤਾ ਚੱਕ ਕੇ। ਉਹ ਵੀ ਇਹਨਾਂ ਨੇ ਜਿਹੜੇ ਮਾਫੀਆ ਨੇ ਸੰਭਾਲਿਆ ਹੋਇਆ ਸੀ ਕਿ ਜਿਹਨੂੰ ਅਸੀਂ ਕਹਾਂਗੇ ਉੱਥੇ ਹੀ ਟਰੱਕ ਜਾਏਗਾ, ਜਿਹੜੇ ਪਿੰਡ 'ਚ ਨੂੰ ਟਰੱਕ ਲੰਘਣਾ ਉਹ ਵੀ ਰੂਟ ਵੀ ਇਹ ਮਾਫੀਆ ਡਿਸਾਈਡ ਕਰਦਾ ਸੀ। ਅੱਜ ਜੇ ਮਾਫੀਆ ਰਾਜ ਟੁੱਟਿਆ, ਇੱਕ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਨੇ ਤੋੜਿਆ ਨਾ, ਹੁਣ ਉਹੀ ਤੁਸੀਂ ਘਰ ਬੈਠੇ ਕਹੀ ਜਾਓ ਜੀ ਨਹੀਂ ਟੁੱਟਿਆ, ਉਹਦਾ ਦਿਖ ਰਿਹਾ ਲੋਕਾਂ ਨੂੰ। ਜੇ ਰੇਤਾ ਮਿਲ ਰਿਹਾ ਤਾਂ ਇਹਦਾ ਮਤਲਬ ਮਾਫੀਆ ਰਾਜ ਟੁੱਟ ਗਿਆ, ਜੇ ਰੇਤਾ ਸਸਤਾ ਮਿਲ ਰਿਹਾ ਇਹਦਾ ਮਤਲਬ ਮਾਫੀਆ ਰਾਜ ਟੁੱਟ ਗਿਆ। ਇਸ ਕਰਕੇ ਕਿਸੇ ਕੋਈ ਇਹ ਬੋਲਦਾ ਇਹ ਚੰਗੀ ਗੱਲ ਨਹੀਂ ਹੈ। ਹੀ ਸ਼ੁੱਡ ਬਿਹੇਵ ਲਾਈਕ ਏ ਗੁੱਡ ਸੋਲਜਰ। ਦੂਸਰੇ ਪਾਸੇ ਸੁਰਜੇਵਾਲਾ ਨੇ ਅਨਾਉਂਸ ਕੀਤਾ ਹੈਗਾ ਵੀ 3 ਚਿਹਰੇ ਆ ਕਾਂਗਰਸ ਦੇ, ਹਰ ਇੱਕ ਕਮਿਊਨਿਟੀ ਨੂੰ ਪਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ। ਕੀ ਕਾਂਗਰਸ ਪਾਰਟੀ ਦਲਿਤ ਭਾਈਚਾਰੇ ਨਾਲ ਠੱਗੀ ਤਾਂ ਨਹੀਂ ਮਾਰ ਰਹੀ? ਕਿਉਂਕਿ ਜਦੋਂ ਚਰਨਜੀਤ ਸਿੰਘ ਚੰਨੀ ਲਾਏ ਗਏ ਸੀ ਤਾਂ ਦਲਿਤ ਭਾਈਚਾਰੇ ਪੂਰਾ ਜੋਸ਼ ਸੀ, ਉਤਸ਼ਾਹ ਸੀ ਵੀ ਸਾਡਾ ਬੰਦਾ ਬਣਿਆ ਹੈਗਾ। ਉਹੀ ਚੀਜ਼ ਨੂੰ ਇਨਕੈਸ਼ ਕਰਨ ਵਾਸਤੇ ਵੀ ਵੋਟਾਂ 'ਚ ਵੀ ਕਨਵਰਟ ਹੋਊਗਾ, ਇੱਕ ਤਰ੍ਹਾਂ ਤੋਂ ਇਹ ਵੀ ਦੇਖਿਆ ਜਾ ਰਿਹਾ ਸੀ। ਪਰ ਹੁਣ ਜਦੋਂ ਉਹਨਾਂ ਨੂੰ ਮੋਹਰੇ ਕਰਕੇ ਨਹੀਂ ਲਾਇਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਦਲਿਤ ਭਾਈਚਾਰਾ ਵੀ ਸੋਚਿਆ ਸਾਨੂੰ ਠੱਗੀ ਤਾਂ ਨਹੀਂ ਵਾਜੂ, ਕੱਲ ਨੂੰ ਸਾਡੇ ਵੋਟਾਂ ਪਵਾ ਲੀਆਂ ਤੇ ਉਹਨਾਂ ਨੂੰ ਸੀਐਮ ਨਾ ਲਾਇਆ। ਨੋ ਡਾਊਟ ਜਿਸ ਦਿਨ ਸੀਐਮ ਬਣੇ, ਇਹ ਸੀਐਮ ਨੂੰ ਬਣਾਇਆ ਗਿਆ ਸੀ ਉਹਨਾਂ ਦੀ ਮੈਰਿਟ ਤੇ। ਚਰਨਜੀਤ ਸਿੰਘ ਚੰਨੀ ਦੀ ਮੈਰਿਟ ਦੇਖੀ ਸੀ, ਨਾ ਕਿ ਇਹ ਕਿ ਅਸੀਂ ਕਿਹੜੀ ਕਾਸਟ ਨਾਲ ਬਿਲੋਂਗ ਕਰਦੇ ਹਾਂ। ਇਹ ਗੱਲ ਠੀਕ ਹੈ ਕਿ ਜਦੋਂ ਵੀ ਕੋਈ ਲੀਡਰ ਬਣਦਾ ਜਾਂ ਸੀਐਮ ਬਣਦਾ ਜਾਂ ਪ੍ਰੈਜ਼ੀਡੈਂਟ ਬਣਦਾ, ਉਹਦੀ ਜੇ ਤੁਸੀਂ ਉਹਨਾਂ ਦਾ ਜਿਹੜਾ ਕਿਹੜੇ ਵਰਗ ਨੂੰ ਬਿਲੋਂਗ ਕਰਦਾ, ਉਹ ਨੈਚੁਰਲੀ ਉਸ ਪਾਸੇ ਗੱਲ ਚਲੀ ਜਾਂਦੀ ਹੈ ਕਿ ਇਸ ਕਰਕੇ ਬਣਾਇਆ ਕਿ ਇਸ ਵਰਗ ਨੂੰ ਬਿਲੋਂਗ ਕਰਦਾ। ਲੇਕਿਨ ਉਸ ਟਾਈਮ ਜਿਹੜਾ ਕਿਉਂਕਿ ਮੈਂ ਨਾਲ ਹੀ ਰਿਹਾ, ਸੀਐਮ ਬਣਾਇਆ ਗਿਆ, ਮੈਰਿਟ ਤੇ ਬਣਾਇਆ ਗਿਆ। ਉਹਨਾਂ ਨੂੰ ਜਿਹੜਾ ਵੀ ਉਹਨਾਂ ਕੋਲ ਡਿਪਾਰਟਮੈਂਟ ਦਿੱਤਾ ਗਿਆ ਪਹਿਲਾਂ ਜਦੋਂ ਮਿਨਿਸਟਰ ਸੀ, ਉਹਨਾਂ ਦੀ ਵਰਕਿੰਗ ਦੇਖੀ ਹੋਈ ਹੈ। ਕਿਆ ਉਹਨਾਂ ਤੇ ਕੋਈ ਐਸਾ ਕੋਈ ਕਰਪਸ਼ਨ ਦਾ ਜਾਂ ਕੋਈ ਐਸਾ ਐਲੀਗੇਸ਼ਨ ਤਾਂ ਨਹੀਂ ਹੈਗਾ, ਉਹ ਦੇਖਿਆ ਗਿਆ। ਸਾਰਾ ਕੁਝ ਦੇਖ ਕੇ ਲਾਇਲਟੀ ਦੇਖੀ ਗਈ, ਉਹਨਾਂ ਦੀ ਐਜੂਕੇਸ਼ਨ ਦੇਖੀ ਗਈ, ਉਹਨਾਂ ਦੀ ਵਰਕਿੰਗ ਦੇਖੀ ਗਈ, ਉਹਨਾਂ ਦਾ ਗਰਾਊਂਡ ਲੈਵਲ ਦਾ ਕੰਮ ਦੇਖਿਆ ਗਿਆ, ਸਾਰਾ ਲੀਡਰਸ ਨੂੰ ਪੁੱਛਿਆ ਗਿਆ, ਇਕੱਲੇ ਐਮਐਲਏਜ਼ ਨੂੰ ਪੁੱਛਿਆ ਗਿਆ, ਤਾਂ ਕਰਕੇ ਇਸ ਨਤੀਜੇ ਤੇ ਪਹੁੰਚੇ ਆ। ਮੈਨੂੰ ਨਹੀਂ ਲੱਗਦਾ ਕਿ ਕੋਈ ਐਸੀ ਗੱਲ ਹੋਏਗੀ ਕਿ ਕੋਈ ਕਹੇ ਕਿ ਸਾਡੇ ਨਾਲ ਧੋਖਾ ਹੋ ਰਿਹਾ। ਕੋਈ ਧੋਖਾ ਨਹੀਂ ਹੋ ਰਿਹਾ। ਚਰਨਜੀਤ ਸਿੰਘ ਚੰਨੀ ਇੱਕ ਪੈਨ ਪੰਜਾਬ ਦੇ ਲੀਡਰ ਬਣ ਚੁੱਕੇ ਆ। ਤੁਹਾਨੂੰ ਪਤਾ ਹੋਣਾ ਕਿ ਉਹ ਜਿਹੜੀਆਂ ਹੁਣ ਪਿੱਛੇ ਆਪਾਂ ਕੰਮ ਕਰੇ, ਉਹਨਾਂ ਵਿੱਚ ਹਰ ਕੈਟੇਗਰੀ ਦਾ ਕੰਮ ਕੀਤਾ ਗਿਆ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਈਸਾਈ ਹੋਵੇ। ਹਾਲਾਂਕਿ ਪੰਜਾਬ ਦੇ ਲੋਕ ਤਾਂ ਐਸੀ ਗੱਲ ਹੈ ਹੀ ਨਹੀਂ ਕੋਈ, ਸਾਰੇ ਇਕੱਠੇ ਰਹਿੰਦੇ ਰਹੇ। ਲੇਕਿਨ ਮੈਂ ਇੱਕ ਫੋਰ ਐਗਜ਼ਾਮਪਲ ਦੱਸਦਾ ਤੁਹਾਨੂੰ, ਐਸਸੀ ਕਮਿਸ਼ਨ ਬਣਿਆ ਹੋਇਆ, ਉਹਦੇ 'ਚ ਐਸਸੀ ਭਾਈਚਾਰੇ ਨੂੰ ਜੋ ਕੋਈ ਪ੍ਰੋਬਲਮ ਹੁੰਦੀ ਆ ਉੱਥੇ ਉਹਨਾਂ ਕੋਲ ਜਾਂਦੇ ਆ। ਹੁਣ ਤੱਕ ਜਨਰਲ ਕੈਟੇਗਰੀ ਕਮਿਸ਼ਨ ਨਹੀਂ ਸੀ ਬਣਿਆ, ਨਾ ਹੀ ਕਿਸੇ ਨੇ ਬਣਾਇਆ ਸੀ, ਨਾ ਹੀ ਕਿਸੇ ਨੇ ਸੋਚਿਆ ਸੀ। ਇਹ ਚਰਨਜੀਤ ਸਿੰਘ ਚੰਨੀ ਨੇ ਬਣਾਇਆ, ਜਨਰਲ ਕੈਟੇਗਰੀ ਕਮਿਸ਼ਨ ਬਣਾਇਆ ਕਿ ਜੇ ਕਿਸੇ ਨੂੰ ਜਨਰਲ ਕੈਟੇਗਰੀ ਦੇ ਬੰਦੇ ਨੂੰ ਕੋਈ ਪ੍ਰੋਬਲਮ ਹੈ, ਕੋਈ ਉਹਦੀ ਕੰਪਲੇਂਟ ਹੈ, ਕਿਤੇ ਕੋਈ ਨਹੀਂ ਸੁਣ ਰਿਹਾ, ਉਹਦੇ ਨਾਲ ਧੱਕਾ ਹੋ ਰਿਹਾ, ਉਹ ਆਪਣੇ ਕਮਿਸ਼ਨ 'ਚ ਜਾਏਗਾ। ਇਸ ਕਰਕੇ ਕਿਸੇ ਇੱਕ ਵਰਗ ਦੀ ਨਹੀਂ, ਚਰਨਜੀਤ ਸਿੰਘ ਚੰਨੀ ਜਿਹੜਾ ਉਹ ਸਾਰੇ ਵਰਗਾਂ ਦਾ ਲੀਡਰ ਇਸ ਟਾਈਮ ਬਣਿਆ ਹੋਇਆ। ਜੇ ਹਾਈ ਕਮਾਂਡ ਚਾਹੇਗੀ ਉਹਨਾਂ ਨੂੰ ਅੱਗੇ ਰੱਖਣਗੇ। ਇਹ ਪੱਕੀ ਗੱਲ ਹੈ ਕਿ ਐਮਐਲਏਸ ਤੇ ਹਾਈ ਕਮਾਂਡ ਤੇ ਲੀਡਰ ਤੇ ਉਹਨਾਂ ਦੇ ਡਿਸੀਜਨ ਤੇ ਡਿਪੈਂਡ ਕਰੇਗਾ ਕਿ ਕੌਣ ਬਣੇਗਾ ਸੀਐਮ। ਲੇਕਿਨ ਮੈਨੂੰ ਨਹੀਂ ਸਮਝ, ਮੈਨੂੰ ਜਿਹੜੀ ਤੁਸੀਂ ਗੱਲ ਪੁੱਛੀ ਹੋ ਕਿ ਕੋਈ ਐਸਾ ਨਾ ਹੋ ਜਾਏ ਕਿ ਨਹੀਂ ਬਣਾਵੇ, ਨਹੀਂ ਜੇ ਨਹੀਂ ਵੀ ਬਣਾਵੇ ਤਾਂ ਵੀ ਕੋਈ ਗੱਲ ਨਹੀਂ। ਲੇਕਿਨ ਜੋ ਇਸ ਟਾਈਮ ਲੀਡਰਸ਼ਿਪ ਚਰਨਜੀਤ ਸਿੰਘ ਚੰਨੀ ਨੇ ਦਿੱਤੀ ਹੈ ਪੰਜਾਬ 'ਚ, ਜੋ ਕੰਮ ਕਰਕੇ ਦਿਖਾਏ ਹੈ, ਜੋ 111 ਦਿਨਾਂ ਵਿੱਚ ਕੰਮ ਕੀਤੇ ਹੈ, ਉਹ ਕਿਸੇ ਵੀ ਚੀਫ ਮਿਨਿਸਟਰ ਨਾਲ ਪੁਰਾਣੇ ਨਾਲ ਕੰਪੇਅਰ ਕਰ ਲਓ, ਕਿਤੇ ਵੀ ਕੋਈ ਵੀ ਚੀਫ ਮਿਨਿਸਟਰ ਇਹਨਾਂ ਦੇ ਨੇੜੇ ਨਹੀਂ ਖੜਦਾ। ਇਸ ਕਰਕੇ ਡੈਫੀਨੇਟਲੀ ਹੀ ਵਿਲ ਕੰਟੀਨਿਊ ਐਜ਼ ਅ ਲੀਡਰ।
ਚੰਨੀ ਸਾਹਿਬ ਦੇ ਬਣਨ ਨਾਲ ਦਲਿਤ ਵੋਟ ਤਾਂ ਪੋਲਰਾਈਜ਼ ਹੋਇਆ ਨਾ, ਕਿਉਂਕਿ ਹਰ ਜਾਣਾ ਕਹਿ ਰਿਹਾ ਸੀ ਅਸੀਂ ਡਿਪਟੀ ਸੀਐਮ ਬਣਾ ਦਾਂਗੇ। ਭਾਜਪਾ ਨੇ ਇਹ ਗੱਲ ਕਹੀ ਸੀਗੀ ਵੀ ਅਸੀਂ ਸੀਐਮ ਦੇਵਾਂਗੇ ਦਲਿਤ ਭਾਈਚਾਰੇ ਦਾ, ਤੇ ਪਰ ਜਦੋਂ ਕਾਂਗਰਸ ਨੇ ਲਾਤਾ ਤਾਂ ਉਹ ਐਡਵਾਂਟੇਜ ਕਾਂਗਰਸ ਕੋਲ ਆਇਆ। ਇਹ ਗੱਲ ਵਿਰੋਧੀਆਂ ਨੇ ਵੀ ਮੰਨੀ ਹੈ ਵੀ ਇਹ ਗੱਲ ਹੈ ਨਾ, ਪਰ ਜਦੋਂ ਹੁਣ ਉਹ ਵੋਟ 'ਚ ਕਨਵਰਟ ਹੋ ਕੇ ਜੇ ਉਹ ਸਾਰੇ ਵੋਟ ਪਾ ਦੇਣ ਵੀ ਚਰਨਜੀਤ ਸਿੰਘ ਚੰਨੀ ਸਾਡੇ ਮੁੱਖ ਮੰਤਰੀ ਬਣਨਗੇ ਆਉਣ ਵਾਲੇ ਸਮੇਂ 'ਚ, ਨਹੀਂ ਬਣਦੇ, ਫੇਰ ਮੈਂ ਪੁੱਛ ਰਿਹਾ ਹੈਗਾ ਚੀਟਿੰਗ ਨਹੀਂ ਹੋ ਜੂਗੀ ਉਹ? ਨਹੀਂ, ਕੋਈ ਚੀਟਿੰਗ ਨਹੀਂ। ਮੈਂ ਦੱਸਦਾ, ਵੋਟਾਂ 100% ਇਸ ਕਰਕੇ ਨਹੀਂ ਪੈਂਦੀਆਂ ਕਿ ਕਿਹੜੇ ਵਰਗ ਨੂੰ ਬਿਲੋਂਗ ਕਰਦਾ। ਡੈਫੀਨੇਟਲੀ ਇਹ ਅੱਜ ਹੁੰਦਾ ਕਿ ਕਿਹੜੇ ਵਰਗ ਨੂੰ ਬਿਲੋਂਗ ਕਰਦਾ ਸੀ, ਲੇਕਿਨ ਉਹਨਾਂ ਨੂੰ ਕੰਮਾਂ ਨੂੰ ਦੇਖ ਕੇ ਵੋਟਾਂ ਪੈਣਗੀਆਂ। ਅੱਜ ਮੈਂ ਖੁਦ ਪਿੰਡਾਂ 'ਚ ਜਾਂਦਾ ਸੀ, ਪਿੰਡਾਂ 'ਚ ਜਾਂਦੇ ਹਾਂ, ਅਸੀਂ ਸ਼ਹਿਰਾਂ 'ਚ ਜਾਂਦੇ ਹਾਂ, ਲੋਕਾਂ ਦੀ ਗੱਲ ਸੁਣਦੇ ਹਾਂ, ਲੋਕਾਂ ਨਾਲ ਗੱਲ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਮਾਹੌਲ ਹੈ। ਇੱਕੋ ਹੀ ਗੱਲ ਹੈ ਕਿ ਚੰਨੀ ਸੀਐਮ ਨਾ ਬਣਦਾ ਤਾਂ ਬਹੁਤ ਨੁਕਸਾਨ ਸੀ, ਹੁਣ ਚੰਨੀ ਸੀਐਮ ਬਣ ਗਿਆ, ਹੁਣ ਅਸੀਂ ਤੁਹਾਡੇ ਨਾਲ ਹੈ। ਉਹ ਕੋਈ ਇੱਕ ਵਰਗ ਦੇ ਲੋਕ ਨਹੀਂ, ਸਾਰੇ ਵਰਗ ਦੇ ਲੋਕ ਕਹਿ ਰਹੇ ਹੈ, ਕਿਉਂਕਿ ਹਰ ਵਰਗ ਲਈ ਕੰਮ ਕੀਤਾ। ਇਸ ਕਰਕੇ ਇਟ ਵਿਲ ਬੀ ਗ੍ਰੇਟ ਸ਼ੋ। ਕਾਂਗਰਸ ਪਾਰਟੀ ਚੰਨੀ ਦੇ ਲੀਡਰਸ਼ਿਪ 'ਚ, ਹਾਈ ਕਮਾਂਡ ਦੀ ਲੀਡਰਸ਼ਿਪ 'ਚ ਅੱਗੇ ਆਏਗੀ, ਤੁਸੀਂ ਦੇਖ ਲਿਓ। ਕੋਈ ਐਸੀ ਗੱਲ ਨਹੀਂ ਹੈਗੀ। ਸਾਰੀਆਂ ਵੋਟਾਂ ਜਿੱਥੇ ਜਿਹੜੀਆਂ ਕਾਂਗਰਸ ਨੂੰ ਪੈਣੀਆਂ, ਚਾਹੇ ਉਹ ਕਿਸੇ ਵਰਗ ਦੀਆਂ ਹੋਵੇ, ਚਾਹੇ ਕਿਸੇ ਦੂਜੇ ਸਮਾਜ ਦੀਆਂ, ਹੁਣ ਸਾਰੀਆਂ ਪੈਣੀਆਂ। ਪਿਛਲੇ ਦਿਨੀ ਤੁਸੀਂ ਮੋਗੇ ਦੇਖਿਆ ਕਾਫੀ ਰੌਲਾ ਪਿਆ ਹੈਗਾ। ਹਰਜੋਤ ਕਮਲ ਜੀ ਕਹਿ ਰਹੇ ਸੀ ਮੈਂ ਆਜ਼ਾਦ ਲੜੂੰਗਾ, ਕਿਉਂਕਿ ਨਵਾਂ ਸੋਨੂ ਸੂਦ ਦੇ ਭੈਣ ਨੂੰ ਇਨਵੋਲਵ ਕੀਤਾ ਗਿਆ, ਜੁਆਇਨ ਕਰਾਈ ਗਈ ਹੈ ਕਾਂਗਰਸ ਪਾਰਟੀ 'ਚ, ਤੇ ਉਧਰੋਂ ਸਿੱਧੂ ਮੂਸੇਵਾਲਾ ਮਾਨਸਾ 'ਚ ਆਏ ਨੇ ਤਾਂ ਉਧਰੋਂ ਰੌਲਾ ਪੈ ਗਿਆ ਹੈਗਾ। ਇਹੀ ਜੀ ਕੁਛ ਰਲਦੀ ਮਿਲਦੀ ਸਿਚੁਏਸ਼ਨ ਤੁਹਾਡੀ ਵੀ ਹੈ, ਤੁਸੀਂ ਵੀ ਚਾਹਵਾਨ ਹੋ ਵੀ ਬਸੀ ਪਠਾਣੇ ਤੋਂ ਤੁਹਾਨੂੰ ਟਿਕਟ ਮਿਲੇ, ਤੇ ਉਧਰੋਂ ਜੀਪੀ ਸਿੰਘ ਵੀ ਰੌਲਾ ਪਾ ਰਹੇ ਆ, ਤਾਂ ਕੀ ਕਿਤੇ ਤੁਹਾਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ? ਜੇ ਜੀਪੀ ਸਿੰਘ ਮੈਂ ਆਜ਼ਾਦ ਲੜੂੰਗਾ ਤਾਂ ਤੁਹਾਨੂੰ ਨੁਕਸਾਨ ਨਹੀਂ ਹੋਊਗਾ? ਦੇਖੋ, ਆਜ਼ਾਦ ਲੜਨਾ ਤਾਂ ਹਰੇਕ ਦਾ ਆਪਣਾ ਪ੍ਰੈਰੋਗੇਟਿਵ ਹੈ, ਉਹਦੀ ਆਪਣੀ ਸੋਚ ਹੈ, ਲੜਨਾ ਚਾਹੀਦਾ ਜਿਹਨੇ ਲੜਨਾ ਹੈ। ਲੇਕਿਨ ਮੇਰੀ ਜੋ ਉੱਥੇ ਦਾ ਕੰਮ ਹੈ, ਕੰਮ ਕਰਕੇ ਹੀ ਮੈਨੂੰ ਹਾਈ ਕਮਾਂਡ ਕੰਸੀਡਰ ਕਰ ਰਹੀ ਹੈ ਮੇਰੀ ਟਿਕਟ ਬਾਰੇ। ਜੋ ਹੁਣ ਤੱਕ ਮੈਂ ਉੱਥੇ ਲੋਕਾਂ 'ਚ ਵਿਚਰਿਆ, ਲੋਕਾਂ 'ਚ ਕੰਮ ਕੀਤੇ ਹੈ, ਉਸੇ ਕਰਕੇ ਲੋਕ ਮੇਰੇ ਨਾਲ ਤੁਰੇ ਹੋਏ ਆ। ਨਹੀਂ ਤਾਂ ਇੱਕ ਸਿਟਿੰਗ ਐਮਐਲਏ ਦੇ ਅਗੇਂਸਟ ਇੰਨੇ ਲੋਕ ਨਹੀਂ ਹੁੰਦੇ ਜਿੱਥੇ ਉੱਥੇ ਆਮ ਲੋਕਾਂ ਦਾ ਰਿਵੋਲਟ ਇਹਦੇ ਅਗੇਂਸਟ ਹੋਇਆ ਪਿਆ, ਐਮਐਲਏ ਦੇ ਅਗੇਂਸਟ। ਸੋ ਤੁਸੀਂ ਦੇਖ ਲੈਣਾ, ਕੋਈ ਵਿਰੋਧ ਨਹੀਂ, ਕੋਈ ਕੁਛ ਨਹੀਂ। ਜਿਸ ਦਿਨ ਆਪਾਂ ਨੇ ਪਰਮਾਤਮਾ ਦੀ ਕਿਰਪਾ ਨਾਲ ਫੀਲਡ 'ਚ ਜਾਣਾ ਹੁਣ ਇਲੈਕਸ਼ਨਾਂ 'ਚ, ਇਟ ਵਿਲ ਬੀ ਵਨ ਸਾਈਡਡ ਸ਼ੋ। ਕਿਤੇ ਕੋਈ ਨਹੀਂ ਖੜੇਗਾ, ਸੀਟ ਕਲੀਅਰ ਜਿੱਤੀ ਪਈ ਹੋਏਗੀ ਆਪਣੇ ਵਾਸਤੇ। ਪਰ ਇਹ ਸਹਿਮਤੀ ਬਣ ਗਈ ਹੈ ਪਾਰਟੀ 'ਚ ਵੀ 2 ਟਿਕਟਾਂ ਇੱਕ ਘਰ 'ਚ ਦੇ ਦਿਓ, ਕਿਹਾ ਜਾ ਰਿਹਾ ਵੀ ਸਹਿਮਤੀ ਜੀ ਬਣ ਗਈ ਹੈ ਪਾਰਟੀ 'ਚ ਵੀ 2 ਟਿਕਟਾਂ ਦਿੱਤੀਆਂ ਜਾ ਸਕਦੀਆਂ ਘਰ 'ਚ? ਉਹ ਟਿਕਟਾਂ ਦੇਣੀਆਂ ਨਾ ਦੇਣੀਆਂ ਤਾਂ ਖੈਰ ਹਾਈ ਕਮਾਂਡ ਦਾ ਕੰਮ ਹੈ। ਸਕਰੀਨਿੰਗ ਕਮੇਟੀ ਹੈ, ਸੈਂਟਰਲ ਇਲੈਕਸ਼ਨ ਕਮੇਟੀ ਹੈਗੀ ਹੈ, ਉਹਦੇ ਵਿੱਚ ਹੋਏਗਾ ਡਿਸਾਈਡ। ਪਰ ਤੁਸੀਂ ਟਿਕਟ ਦੇ ਚਾਹਵਾਨ ਹੋ, ਬੰਦਾ ਨਜ਼ਰ ਰੱਖਦਾ ਪੂਰੀ ਵੀ ਮਿਲਦੀਆਂ ਨਹੀਂ ਮਿਲਦੀਆਂ, ਕੀ ਨੀਤੀਆਂ ਬਣ ਰਹੀਆਂ, ਕਿ ਜੇ ਵਨ ਪਾਰਟੀ ਵਨ ਫੈਮਿਲੀ ਰੂਲ ਹੋ ਗਿਆ, ਵੀ ਇੱਕ ਫੈਮਿਲੀ 'ਚ ਇੱਕ ਟਿਕਟ ਰੂਲ ਹੋ ਗਿਆ, ਤਾਂ ਫਿਰ ਕੀ ਪਤਾ ਨਾ ਬਣੇ ਗੱਲ, ਤਾਂ ਤੁਹਾਨੂੰ ਤਾਂ ਪਤਾ ਹੀ ਹੋਊਗਾ ਵੀ ਗੱਲ ਬਣ ਰਹੀ ਹੈ ਨਹੀਂ ਬਣ ਰਹੀ? ਨਹੀਂ, ਗੱਲ ਪੱਕੀ ਬਣ ਰਹੀ ਹੈ, ਕਿਉਂਕਿ ਵਿਨੇਬਿਲਿਟੀ ਇਜ਼ ਦੀ ਓਨਲੀ ਕ੍ਰਾਈਟੇਰੀਆ। ਜੋ ਇਲੈਕਸ਼ਨ ਦਾ ਸਿਨੈਰੀਓ ਹੋਇਆ ਪਿਆ, ਜਿਹੜੇ ਵਿਨੇਬਲ ਕੈਂਡੀਡੇਟ ਹੋਣਗੇ ਉਹਨਾਂ ਨੂੰ ਟਿਕਟਾਂ ਮਿਲਣੀਆਂ। ਤੇ ਮੈਨੂੰ ਨਹੀਂ ਲੱਗਦਾ ਕਿ ਹੋਰ ਕੈਂਡੀਡੇਟ ਉੱਥੇ ਕੋਈ ਸੀਟ ਕੱਢ ਸਕਦਾ ਜਿਹੜੀ ਬਸੀ ਪਠਾਣੇ ਦੀ ਹੈ। ਆਪਾਂ ਸੀਟ ਕੱਢਣੀ ਹੈ, ਫੈਮਿਲੀ ਦਾ ਕੋਈ ਇਸ਼ੂ ਨਹੀਂ ਆਏਗਾ, ਆਪਾਂ ਨੂੰ ਟਿਕਟ ਮਿਲੇਗੀ ਜ਼ਰੂਰ। ਤੇ ਕੱਲ ਕੇਜਰੀਵਾਲ ਆ ਕੇ ਗਏ ਨੇ ਉਰੇ, ਕੇਜਰੀਵਾਲ ਖਰੜ 'ਚ ਆ ਕੇ ਗਏ, ਜਿੱਥੇ ਤੁਹਾਡਾ ਘਰ ਹੈ, ਤੁਸੀਂ ਇੱਕ ਤਰ੍ਹਾਂ ਤੁਹਾਡਾ ਏਰੀਆ ਹੀ ਹੈ, ਪੂਰਾ ਹਲਕਾ ਹੈ ਚੰਨੀ ਪਰਿਵਾਰ ਦਾ, ਸਾਰਿਆਂ ਦਾ, ਮੁੱਖ ਮੰਤਰੀ ਦਾ, ਤਾਂ ਤੁਸੀਂ ਕਿਵੇਂ ਦੇਖਦੇ? ਡੋਰ ਟੂ ਡੋਰ ਕੈਂਪੇਨਿੰਗ ਕਰਕੇ ਇੱਕ ਤਰ੍ਹਾਂ ਦਾ ਉਹਨਾਂ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਖਰੜ ਦੇ ਲੋਕ ਤਾਂ ਸਾਡੇ ਨਾਲ ਨੇ ਜਿੱਥੇ ਮੁੱਖ ਮੰਤਰੀ ਰਹਿੰਦਾ। ਕੇਜਰੀਵਾਲ ਦਾ ਜਿਹੜਾ ਕੰਮ ਸੀ ਪਿਛਲੀ ਇਲੈਕਸ਼ਨਾਂ 'ਚ 2017 ਵਿੱਚ, ਇਹਦੀ ਉਦੋਂ ਪੀਕ ਆ ਲਈ ਸੀ। ਉਸ ਟਾਈਮ ਇਹਦੀ ਪੀਕ ਸੀ ਤੇ ਕਿੰਨੀਆਂ ਸੀਟਾਂ ਮਿਲੀਆਂ ਤੁਹਾਡੇ ਸਾਹਮਣੇ ਆ, 20 ਕੀ ਸੀਟਾਂ ਮਿਲੀਆਂ ਸੀ। 20 'ਚ ਹੁਣ ਇਹਨਾਂ ਕੋਲ ਉਹ ਐਮਐਲਏ ਕਿੰਨੇ, ਉਹ ਵੀ ਤੁਹਾਡੇ ਸਾਹਮਣੇ ਆ। 10 ਐਮਐਲਏ ਤੇ ਇੱਧਰ ਉੱਧਰ ਚਲੇ ਗਏ ਇਹਨਾਂ ਕੋਲ। ਇਹਨਾਂ ਦਾ ਇਸ ਟਾਈਮ ਕੋਈ ਗੱਲ ਨਹੀਂ ਹੈਗੀ। ਇੱਕ ਜਸਟ ਇਹਨਾਂ ਨੇ ਪਿਛਲੀ ਵਾਰ ਪ੍ਰੋਜੈਕਟ ਕਰਦੇ ਹੁੰਦੇ ਸੀ 117 'ਚ 103 ਸੀਟਾਂ ਆ ਰਹੀਆਂ ਜੀ, ਉਹ ਹੁਣ ਤਾਂ ਕਰ ਨਹੀਂ ਰਹੇ, ਕਿਉਂਕਿ ਹੁਣ ਤਾਂ ਇਹਨਾਂ ਨੂੰ ਕੋਈ ਆਸ ਹੀ ਹੈ ਨਹੀਂ। ਉਦੋਂ ਤਾਂ ਫਿਰ ਵੀ ਮਾੜੀ ਮੋਟੀ ਆਸ ਸੀ, ਕਿਉਂਕਿ ਅਕਾਲੀ ਗਵਰਨਮੈਂਟ ਬਣ ਕੇ ਹਟੀ ਸੀ, ਅਕਾਲੀ ਗਵਰਨਮੈਂਟ ਐਂਟੀ ਇਨਕਮਬੈਂਸੀ ਬਹੁਤ ਜ਼ਿਆਦਾ ਸੀ। ਉਦੋਂ ਇਹਨਾਂ ਨੂੰ ਪੂਰੀ ਆਸ ਸੀ, ਉਦੋਂ ਇਹਨਾਂ ਨੂੰ 20 ਸੀਟਾਂ ਮਿਲੀਆਂ। ਉਦੋਂ ਇਹ 2 ਸਾਲ ਪਹਿਲਾਂ ਦੇ ਕੰਮ ਵੀ ਕਰ ਰਹੇ ਸੀ। ਹੁਣ ਤਾਂ ਇਹਨਾਂ ਦੀ ਪਾਰਟੀ ਆਪਣੀ ਟੁੱਟੀ ਪਈ ਹੈ। ਕੋਈ ਕਹਿੰਦਾ ਮੈਨੂੰ ਡਿਕਲੇਅਰ ਕਰੋ ਲੀਡਰ, ਕੋਈ ਕਹਿੰਦਾ ਨਹੀਂ ਕਰਨਾ, ਕੋਈ ਕਹਿੰਦਾ ਕੇਜਰੀਵਾਲ ਨੂੰ ਹੀ ਕਰੋ। ਕੇਜਰੀਵਾਲ ਚਾਹੁੰਦਾ ਮੈਂ ਹੀ ਮੁੱਖ ਮੰਤਰੀ ਬਣ ਜਾ ਪੰਜਾਬ ਦਾ। ਲੇਕਿਨ ਰਲਦਾ ਮਿਲਦਾ ਸਿਨਾਰੀਓ ਕਾਂਗਰਸ ਦਾ ਵੀ ਹੈਗਾ, ਕਾਂਗਰਸ ਵੀ ਬਹੁਤ ਸਾਰੇ ਲੋਕ ਇੱਕ ਦੂਸਰੇ ਤੇ ਕਹਿ ਰਹੇ ਵੀ ਮੈਂ ਮੁੱਖ ਮੰਤਰੀ ਬਣ ਜਾ, ਮੈਂ ਮੁੱਖ ਮੰਤਰੀ ਬਣ ਜਾ। ਮੁੱਖ ਮੰਤਰੀ ਸਾਰੇ ਨਹੀਂ ਕਹਿ ਰਹੇ, ਫਿਰ ਉਹੀ ਡਿਪੈਂਡ ਕਰੇਗਾ, ਇਹ ਕਮਾਂਡ ਕਰੇਗੀ। ਲੇਕਿਨ ਇੱਥੇ ਕੋਈ ਬਾਹਰੋਂ ਆ ਕੇ ਤਾਂ ਨਹੀਂ ਕਹਿ ਰਿਹਾ, ਕੋਈ ਯੂਪੀ ਦਾ ਜਾਂ ਕੋਈ ਮੱਧ ਪ੍ਰਦੇਸ਼ ਦਾ ਕੋਈ ਲੀਡਰ ਆ ਕੇ ਕਾਂਗਰਸ ਦਾ ਤਾਂ ਨਹੀਂ ਕਹਿ ਰਿਹਾ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ। ਇਹ ਦਿੱਲੀ ਤੋਂ ਆ ਕੇ ਇੱਥੇ ਕਹੀ ਜਾਂਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ, ਇੱਕ ਮੌਕਾ ਜੀ ਮੁੱਖ ਮੰਤਰੀ ਦੇ ਦਿਓ। ਕਿ ਸਾਡੇ ਕੋਲ ਪੰਜਾਬ ਦੇ ਲੋਕ ਹੈ ਨਹੀਂ, ਪੰਜਾਬ ਦੇ ਲੀਡਰ ਹੈ ਨਹੀਂ? ਪੰਜਾਬ ਦੇ ਲੀਡਰਾਂ ਨੂੰ ਕਿਉਂ ਪਿੱਛੇ ਲਾਇਆ ਹੋਇਆ? ਇਹਨਾਂ ਦੀ ਪਾਰਟੀ ਦੋ ਫਾੜ ਹੋਈ ਪਈ ਹੈ। ਕਿਉਂ ਨਹੀਂ ਪਿਛਲੇ ਜਿਹੜੇ ਲੀਡਰ ਆਏ ਸੀ ਸੰਜੇ ਸਿੰਘ ਉਹਨਾਂ ਨੂੰ ਇਹਨਾਂ ਇੱਥੇ ਕਿਉਂ ਨਹੀਂ ਲੈ ਕੇ ਆਏ ਇਸ ਵਾਰੀ? ਉਹ ਇਸੇ ਕਰਕੇ ਨਹੀਂ ਲੈ ਕੇ ਆਏ ਕਿ ਇਹਨਾਂ ਦੀ ਆਪਣੀ ਦੁਫਾੜ ਪਾਰਟੀ ਹੋਈ ਪਈ ਹੈ। ਇੱਥੇ ਵੀ
ਤੁਸੀਂ ਦੇਖ ਲਓ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਮੇਨ ਕੇਡਰ ਹੋਏਗਾ ਆਮ ਆਦਮੀ ਪਾਰਟੀ ਦਾ ਉਹ ਕਾਂਗਰਸ ਦੀ ਸਪੋਰਟ ਕਰੇਗਾ, ਕਿਉਂਕਿ ਇਹਨਾਂ ਦਾ ਨਾ ਤਾਂ ਕੋਈ ਲੀਡਰ ਹੈ। ਜਿਹੜੀ ਸੈਂਟਰ ਲੀਡਰਸ਼ਿਪ ਪਿਛਲੀ ਵਾਰ ਆਈ ਹੋਈ ਸੀ ਉਹ ਇੱਥੇ ਕੋਈ ਨਹੀਂ ਹੈਗੀ। ਨਵੇਂ ਲੀਡਰ ਜਿਹੜੇ ਨਵੇਂ ਮੁੰਡੇ ਇੱਥੇ ਇਹਨਾਂ ਨੇ ਲੈ ਕੇ ਆਂਦੇ ਹੋਏ ਹੈ, ਇਹਨਾਂ ਦੇ ਵੱਸ ਦਾ ਕੰਮ ਨਹੀਂ ਹੈਗਾ। ਇਹਨਾਂ ਨੂੰ ਪੰਜਾਬ ਦੇ ਪਤਾ ਹੀ ਨਹੀਂ ਹੈ, ਪੰਜਾਬ ਦੇ ਕਲਚਰ ਬਾਰੇ ਪਤਾ ਨਹੀਂ ਹੈ। ਇਸ ਕਰਕੇ ਇਹਨਾਂ ਦਾ ਕੁਝ ਨਹੀਂ ਬਣਨਾ। ਕਾਂਗਰਸ ਦੀ ਗਵਰਨਮੈਂਟ ਬਣੇਗੀ 100% ਹੈ। ਇੱਕ ਆਖਰੀ ਸਵਾਲ, ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਇਹ ਵੀ ਕਸ਼ਮਕਸ਼ ਚੱਲ ਰਹੀ ਵੀ 2 ਥਾਵਾਂ ਤੋਂ ਚੋਣ ਲੜਨਗੇ। ਤੁਸੀਂ ਤਾਂ ਭਰਾਓ ਨਾਲ ਸਾਰੀ ਸੀਟਾਂ ਜਾਂ ਮੀਟਿੰਗਾਂ 'ਚ ਹੁੰਨੇ ਹੋ, ਤੁਹਾਨੂੰ ਕੀ ਲੱਗਦਾ 2 ਪਾਸੇ ਚੋਣ ਲੜ ਰਹੇ, ਕਿਹੜੀ ਥਾਵਾਂ ਤੋਂ ਲੜਨਗੇ? ਕਿਹਾ ਯਾਰ ਜਲੰਧਰ ਵਾਲੇ ਪਾਸੇ ਤੋਂ ਵੀ ਇੱਕ ਥਾਂ ਤੋਂ ਲੜ ਰਹੇ। ਉਹ ਜ਼ਰੂਰ ਕੋਈ ਨਾ ਕੋਈ ਗੱਲ ਚੱਲੀ ਹੋਈ ਸੀ, ਲੇਕਿਨ ਫਿਰ ਉਹ ਹਾਈ ਕਮਾਂਡ ਦੀ ਮਰਜ਼ੀ ਹੈ। ਜੇ 2 ਜਗ੍ਹਾ ਲੜਾਉਣਗੇ ਤਾਂ 2 ਜਗ੍ਹਾ ਲੜਨਗੇ, ਜੇ ਇੱਕ ਜਗ੍ਹਾ ਲੜਾਉਣਗੇ ਤਾਂ ਇੱਕ ਜਗ੍ਹਾ ਲੜਨਗੇ। ਚਮਕੌਰ ਸਾਹਿਬ ਆਪਣੀ ਕੰਸਟੀਟੂਐਂਸੀ ਉਹਨਾਂ ਦੀ ਹੈ ਹੀ ਹੈ, ਇੱਥੋਂ ਇਲੈਕਸ਼ਨ ਲੜਨਾ ਹੀ ਲੜਨਾ ਉਹਨਾਂ ਨੇ, ਕਿਉਂਕਿ 3 ਇਲੈਕਸ਼ਨ ਆਲਰੇਡੀ ਇੱਥੋਂ ਜਿੱਤ ਚੁੱਕੇ ਆ। ਹੁਣ ਵੀ ਸਾਰਾ ਦਿਨ ਕੰਸਟੀਟੂਐਂਸੀ 'ਚ ਰਹਿੰਦੇ ਆ, ਆਪਣਾ ਘਰ ਵੀ ਉਹਨਾਂ ਨੇ ਕੰਸਟੀਟੂਐਂਸੀ 'ਚ ਬਣਾਇਆ ਹੋਇਆ ਹੈ। ਇਸ ਕਰਕੇ ਉਹ ਇੱਥੋਂ ਇਲੈਕਸ਼ਨ ਲੜਨਾ ਹੀ ਹੈ। ਜੇ ਕੋਈ ਦੂਜੀ ਕੰਸਟੀਟੂਐਂਸੀ ਹੋਈ ਦੈਟ ਵਿਲ ਡਿਪੈਂਡ ਅਪਨ ਦੀ ਡਿਸੀਜਨ ਆਫ ਦੀ ਹਾਈ ਕਮਾਂਡ। ਖੁਦ ਚਾਹਵਾਨ ਨੇ 2 ਥਾਵਾਂ ਲੜਨ ਵਾਸਤੇ ਕਿ ਹਾਈ ਕਮਾਂਡ ਕਹਿ ਰਹੀ ਹੈ ਜਾਂ ਹੋਰ ਜਿਹੜੇ ਕਮੇਟੀਆਂ ਬਣੀਆਂ ਉਹ ਕਹਿ ਰਹੇ ਆ ਵੀ 2 ਥਾਵਾਂ ਲੜੋ, ਕਿ ਉਹਨੇ ਖੁਦ ਹੀ ਇਹ ਗੱਲ ਕਹੀ ਹੈ ਮੈਂ 2 ਥਾਵਾਂ ਲੜਨਾ ਚਾਹੁੰਦਾ? ਨਹੀਂ, ਖੁਦ ਨਹੀਂ ਕਹੀ ਬਿਲਕੁਲ ਵੀ, ਕਿਉਂਕਿ ਉਹਨਾਂ ਨੇ ਤਾਂ ਸਾਰੇ ਪੰਜਾਬ 'ਚ ਘੁੰਮਣਾ। ਜੇ ਉਹ ਇੱਕ ਜਾਂ 2-3 ਜਗ੍ਹਾ ਤੋਂ ਆਪ ਹੀ ਲੜਨ ਲੱਗੇ ਫਿਰ ਉੱਥੇ ਉਹ ਕੰਸਨਟਰੇਟ ਕਰਨਾ ਪੈਣਾ ਉਹਨਾਂ ਨੂੰ। ਖੁਦ ਨਹੀਂ ਕਹਿ ਰਹੇ, ਜੋ ਹਾਈ ਕਮਾਂਡ ਜਾਂ ਜਿਹੜੀ ਇੱਥੇ ਦੀ ਲੋਕਲ ਲੀਡਰਸ਼ਿਪ ਉਹ ਉਹਨਾਂ ਨੂੰ ਕਹਿ ਰਹੀ ਹੈ, ਉਸ ਤਰ੍ਹਾਂ ਉਹਨਾਂ ਨੂੰ ਸ਼ਾਇਦ ਕਰਨਾ ਪਏਗਾ। ਉਹਨਾਂ ਦਾ ਡਿਸੀਜਨ ਹੈ, ਹਾਲਾਂਕਿ ਚੰਨੀ ਸਾਹਿਬ ਦਾ ਆਪਣਾ ਡਿਸੀਜਨ ਨਹੀਂ ਹੈਗਾ। ਇੱਕ ਸਵਾਲ ਹੋਰ ਲੈ ਲੈਂਦੇ ਆ। ਸੰਯੁਕਤ ਸਮਾਜ ਮੋਰਚਾ ਕਿਸਾਨਾਂ ਨੇ ਆਪਣੀ ਪਾਰਟੀ ਬਣਾਈ ਹੈਗੀ ਹੈ ਤੇ ਆਪਣੇ ਬੰਦੇ ਵੀ ਉਮੀਦਵਾਰ ਵੀ ਐਲਾਨਣੇ ਸ਼ੁਰੂ ਕਰ ਦਿੱਤੇ ਆ। ਕੇਜਰੀਵਾਲ ਕੱਲ ਐਕਸੈਪਟ ਕਰਕੇ ਗਏ ਆ ਵੀ ਸਾਨੂੰ ਤਾਂ ਥੋੜੀ ਬਹੁਤੀ ਸੱਟ ਮਾਰਨਗੇ ਚੋਣਾਂ 'ਚ, ਤਾਂ ਕਾਂਗਰਸ ਪਾਰਟੀ ਨੂੰ ਵੀ ਸੰਯੁਕਤ ਸਮਾਜ ਮੋਰਚੇ ਵੱਲੋਂ ਸੱਟ ਵੱਜ ਸਕਦੀ ਆ ਆਉਣ ਵਾਲੀਆਂ ਚੋਣਾਂ 'ਚ। ਤੁਹਾਨੂੰ ਲੱਗਦਾ ਕਿੰਨਾ ਇੰਪੈਕਟ ਹੋਊਗਾ ਉਹਨਾਂ ਤੁਹਾਡੇ ਤੇ? ਨਹੀਂ, ਕਾਂਗਰਸ ਨੂੰ ਜ਼ਿਆਦਾ ਇਫੈਕਟ ਨਹੀਂ ਹੋਏਗਾ। ਆਮ ਆਦਮੀ ਪਾਰਟੀ ਦਾ ਡੈਫੀਨਿਟਲੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਇਸ ਗੱਲ ਦਾ, ਕਿਉਂਕਿ ਕੁਝ ਲੀਡਰ ਹੈ ਸੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਿਸਾਨਾਂ ਕੋਲ ਜਾਂਦੇ ਰਹੇ ਹੈ ਕਿ ਸਾਡੀ ਸਪੋਰਟ ਕਰੋ, ਸਾਡੀ ਸਪੋਰਟ ਕਰੋ। ਹਾਲਾਂਕਿ ਕਿਸਾਨ ਯੂਨੀਅਨ ਹੈ ਜਿਹੜੀ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ। ਉਹਨਾਂ ਨੂੰ ਜੋ ਡਿਸੀਜਨ ਲੈ ਰਹੇ ਹੋ ਸ਼ਾਇਦ ਉਹ ਠੀਕ ਡਿਸੀਜਨ ਲੈ ਰਹੇ ਹੈ, ਲੇਕਿਨ ਕਾਂਗਰਸ ਦਾ ਉਹਦੇ 'ਚ ਕੋਈ ਨੁਕਸਾਨ ਨਹੀਂ ਹੋਣਾ। ਰਾਦਰ ਕਿਉਂਕਿ ਚੰਨੀ ਜੀ ਆਪ ਖੁਦ ਕਿਸਾਨ ਲੀਡਰਾਂ ਨਾਲ ਬਹੁਤ ਬੈਠਕਾਂ ਕਰ ਚੁੱਕੇ हैं, ਮੀਟਿੰਗਾਂ ਕਰ ਚੁੱਕੇ हैं। ਕਿਸਾਨੀ ਮੋਰਚੇ ਦੀ ਪੂਰੀ ਸਪੋਰਟ ਕੀਤੀ ਹੈ ਅਸੀਂ, ਕਿਸਾਨ ਅੰਦੋਲਨ 'ਚ ਵੀ ਜਾਂਦੇ ਰਹੇ ਹਾਂ ਅਸੀਂ। ਉਸ ਕਰਕੇ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋਣਾ। ਆਮ ਆਦਮੀ ਪਾਰਟੀ ਜਿੱਥੇ ਬਹੁਤ ਪਹਿਲਾਂ ਹੀ ਡਾਊਨ ਹੈ ਹੋਰ ਡਾਊਨ ਹੋ ਜਾਏਗੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਡਾਕਟਰ ਸਾਹਿਬ। ਤਾਂ ਇਸੇ ਡਾਕਟਰ ਮੋਹਰ ਸਿੰਘ ਜਿਨ੍ਹਾਂ ਨੇ ਹਰ ਸਵਾਲ ਦਾ ਬੜਾ ਸਪਸ਼ਟ ਜਵਾਬ ਦਿੱਤਾ ਹੈ। ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਹੈ ਮੇਰੀ ਟਿਕਟ ਪੱਕੀ ਹੈ, ਮੇਰੀ ਉੱਥੇ ਦੀ ਬਸੇ ਪਠਾਣੇ ਤੋਂ ਜਿੱਤ ਵੀ ਪੱਕੀ ਹੈਗੀ। ਜੇ ਕੋਈ ਆਜ਼ਾਦ ਵੀ ਲੜਨਾ ਚਾਹੁੰਦਾ, ਇਸ਼ਾਰਾ ਜੀਪੀ ਸਿੰਘ ਵੱਲ ਸੀਗਾ, ਤਾਂ ਉਹਨਾਂ ਦੀਆਂ ਵੀ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਮੋਹਾਲੀ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।